ਹੈਲੋ ਸਟੂਡੈਂਟਸ, ਅੱਜ ਆਪਾਂ ਫਸਟ ਚੈਪਟਰ ਦਾ ਸੈਕੰਡ ਪਾਰਟ ਇਹਦੇ ਵਿੱਚ ਕਵਰ ਕਰਨ ਜਾ ਰਹੇ ਹਾਂ। ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ। ਫਿਜ਼ੀਕਲ ਡਿਵੀਜ਼ਨਸ ਆਫ ਇੰਡੀਆ। ਫਿਜ਼ੀਕਲ ਡਿਵੀਜ਼ਨ ਕੀ ਹੁੰਦਾ ਕਿ ਕਿੱਥੇ ਪਹਾੜ ਨੇ, ਕਿੱਥੇ ਸਮੁੰਦਰ ਆ, ਕਿੱਥੇ ਜੰਗਲ ਨੇ, ਔਰ ਜਿਹੜੀ ਪ੍ਰਕਿਰਤਿਕ ਦ੍ਰਿਸ਼ਟੀ ਤੋਂ ਅਸੀਂ ਇਹਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਔਰ ਉਹਨਾਂ ਨੇ ਜਿਹੜਾ ਸਾਡੇ ਇਤਿਹਾਸ ਦੇ ਉੱਤੇ ਕੀ ਇਫੈਕਟ ਪਾਇਆ ਵਾ। ਇਹ ਤੁਹਾਡਾ ਫਸਟ ਚੈਪਟਰ ਦੇ ਵਿੱਚੋਂ ਸੈਕੰਡ ਲੌਂਗ ਕੁਐਸਚਨ ਆ, ਇੰਪੋਰਟੈਂਟ ਆ, ਇਹਨੂੰ ਧਿਆਨ ਨਾਲ ਕਰਨਾ। ਫਿਜ਼ੀਕਲ ਡਿਵੀਜ਼ਨ ਦੇ ਤੌਰ ਤੇ ਅਸੀਂ ਇਹਨੂੰ ਜਿਹੜਾ 4 ਪਾਰਟਸ ਦੇ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਹਿਮਾਲਿਆ ਪਰਬਤ, ਸੈਕੰਡ ਆ ਗਿਆ ਉੱਤਰ ਦਾ ਵਿਸ਼ਾਲ ਮੈਦਾਨ, ਥਰਡ ਆ ਗਿਆ ਦੱਖਣ ਦਾ ਪਠਾਰ, ਔਰ ਫੋਰਥ ਆ ਗਿਆ ਦੱਖਣ ਦੇ ਮੈਦਾਨ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਹਿਮਾਲਿਆ ਪਰਬਤ। ਭਾਰਤ ਦੇ ਜਿਹੜਾ ਉੱਤਰ ਦੇ ਵਿੱਚ ਆ ਹਿਮਾਲਿਆ ਪਰਬਤ ਆ। ਹਿਮਾਲਿਆ ਪਰਬਤ ਜਿਹੜਾ ਵਾ ਉਹਦੀਆਂ ਚੋਟੀਆਂ ਬਹੁਤ ਉੱਚੀਆਂ ਨੇ, ਔਰ ਇਹ ਸਾਰਾ ਸਾਲ ਬਰਫ਼ ਨਾਲ ਢਕੀਆਂ ਰਹਿੰਦੀਆਂ ਨੇ, ਤੇ ਜਿਸ ਕਰਕੇ ਜਿਹੜਾ ਵਾ ਇਸ ਨੇ ਹਮੇਸ਼ਾ ਭਾਰਤ ਦੇ ਲਈ ਪਹਿਰੇਦਾਰ ਦਾ ਕੰਮ ਕੀਤਾ ਵਾ। ਕਿਉਂਕਿ ਪਹਿਰੇਦਾਰ ਦਾ ਕੰਮ ਕੀਤਾ ਮੀਨਸ ਕਿ ਉੱਚੀਆਂ ਚੋਟੀਆਂ ਬਰਫ਼ ਨਾਲ ਢਕੀਆਂ ਹੋਣ ਕਰਕੇ ਦੁਸ਼ਮਣ ਦੇ ਲਈ ਇਹਨਾਂ ਨੂੰ ਕ੍ਰਾਸ ਕਰਨਾ ਬਹੁਤ ਮੁਸ਼ਕਲ ਰਿਹਾ ਵਾ। ਤੇ ਹਿਮਾਲਿਆ ਪਰਬਤ ਨੇ ਜਿਹੜੇ ਆ ਕਾਫੀ ਜ਼ਿਆਦਾ ਪ੍ਰਭਾਵ ਪਾਏ ਨੇ ਭਾਰਤ ਦੇ ਉੱਤੇ। ਇਫੈਕਟਸ ਆਫ ਹਿਮਾਲਿਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਜਿਹੜੇ ਵਿਦੇਸ਼ੀ ਜਾਤੀ ਆ ਉਹਨਾਂ ਦੇ ਹਮਲਿਆਂ ਨੂੰ ਰੋਕਿਆ ਇਹਨੇ। ਸੈਕਿੰਡ, ਇਹਨੇ ਭਾਰਤ ਦਾ ਇਹਨੂੰ ਪਹਿਰੇਦਾਰ ਕਿਹਾ ਜਾਂਦਾ ਵਾ, ਸੁਰੱਖਿਆ ਦਾ ਕੰਮ ਕੀਤਾ ਇਹਨੇ। ਜਿਹੜਾ ਵਾ ਦੇਖੋ ਠੰਡੀਆਂ ਹਵਾਵਾਂ ਨਾਲ ਸੁਰੱਖਿਆ ਕਿ ਭਾਰਤ ਦਾ ਜਿਹੜਾ ਮੌਸਮ ਆ ਉਹਨੂੰ ਸੁਹਾਵਣਾ ਬਣਾਉਣ ਦੇ ਵਿੱਚ ਯੋਗਦਾਨ ਪਾਇਆ। ਔਰ ਮੇਨ ਪੁਆਇੰਟ ਕਿ ਭਾਰਤ ਦੀ ਸਮਰਿੱਧੀ ਜਾਂ ਖੁਸ਼ਹਾਲੀ ਦੇ ਵਿੱਚ ਯੋਗਦਾਨ। ਖੁਸ਼ਹਾਲੀ 'ਚ ਕੀ ਯੋਗਦਾਨ ਰਿਹਾ ਵਾ ਕਿ ਹਿਮਾਲਿਆ ਪਰਬਤ ਦੀ ਜਿਹੜੀ ਬਰਫ਼ ਆ ਉਹ ਪਿਘਲ ਕੇ ਜਿਹੜੀ ਨਦੀਆਂ ਦੇ ਵਿੱਚ ਪਾਣੀ ਆਉਂਦਾ ਵਾ, ਔਰ ਉਹ ਨਦੀਆਂ ਜਿਹੜੀਆਂ ਨੇ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਨੇ, ਕਿ ਸਿਰਫ ਇਹ ਨਹੀਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ, ਤਾਂ ਉਹ ਸਾਰਾ ਸਾਲ ਨਦੀਆਂ ਵਹਿਣ ਕਰਕੇ ਇਹਨੇ ਜਿਹੜਾ ਵਾ ਸਿੰਚਾਈ ਦੇ ਲਈ ਵੀ ਇਹ ਪਾਣੀ ਨੂੰ ਵਰਤਿਆ ਗਿਆ ਵਾ। ਤੇ ਨਾਲ ਇਹਨਾਂ ਨੇ ਆਪਣੇ ਨਾਲ ਜਿਹੜਾ ਮਿੱਟੀ ਵਹਾ ਕੇ ਲਿਆਂਦੀ, ਜਿਹਦੇ ਨਾਲ ਉੱਤਰ ਦੇ ਵਿੱਚ ਜਿਹੜੇ ਨੇ ਵਿਸ਼ਾਲ ਮੈਦਾਨ ਤਿਆਰ ਹੋਏ ਨੇ, ਔਰ ਜਿੱਥੇ ਫਸਲ ਬਹੁਤ ਹੋਈ ਆ, ਪੈਦਾਵਾਰ ਬਹੁਤ ਹੁੰਦੀ ਰਹੀ ਆ, ਜਿਹਦੇ ਕਰਕੇ ਭਾਰਤ ਨੂੰ ਸੋਨੇ ਦੀ ਚਿੜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਵਾ। ਹੋਰ ਅਧਿਆਤਮਿਕਤਾ ਦਾ ਵਿਕਾਸ। ਇੱਥੇ ਸੁਹਾਵਣੇ ਮੌਸਮ ਦੇ ਵਿੱਚ ਬਹੁਤ ਸਾਰੇ ਰਿਸ਼ੀ ਮੁਨੀਆਂ ਨੇ ਬਹਿ ਕੇ ਭਗਤੀ ਕੀਤੀ ਆ ਇਕਾਂਤ ਦੇ ਵਿੱਚ, ਔਰ ਨਵੀਆਂ ਜਿਹੜੀਆਂ ਨੇ ਅਧਿਆਤਮਿਕ ਵਿਚਾਰਧਾਰਾਵਾਂ ਦਾ ਭਾਰਤ ਦੇ ਵਿੱਚ ਜਨਮ ਹੋਇਆ ਵਾ, ਜਿਹਦੇ ਕਰਕੇ ਭਾਰਤ ਨੂੰ ਰਿਸ਼ੀਆਂ ਮੁਨੀਆਂ ਦੀ ਧਰਤੀ ਕਿਹਾ ਜਾਂਦਾ ਵਾ। ਔਰ ਸੈਕਿੰਡ ਜਿਹੜਾ ਇਹਦੀ ਡਿਵੀਜ਼ਨ ਆ ਜਾਂਦੀ ਆ। ਬਾਕੀ ਆਪਾਂ ਇਸ ਤੋਂ ਇਲਾਵਾ ਇਹਦੇ ਵਿੱਚ ਐਡ ਕਰ ਸਕਦੇ ਹਾਂ ਕਿ ਇੱਥੋਂ ਬਹੁਤ ਸਾਰੀਆਂ ਜੜੀ ਬੂਟੀਆਂ ਮਿਲੀਆਂ ਨੇ, ਔਰ ਉਹ ਜੜੀ ਬੂਟੀਆਂ ਦੇ ਨਾਲ ਜਿਹੜਾ ਵਾ ਆਯੁਰਵੈਦਿਕ ਦੇ ਖੇਤਰ ਦੇ ਵਿੱਚ, ਮੈਡੀਸਨਸ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਭਾਰਤ ਨੇ ਤਰੱਕੀ ਕੀਤੀ ਆ। ਤੇ ਸੈਕਿੰਡ ਜਿਹੜਾ ਵਾ ਉੱਤਰ ਦਾ ਵਿਸ਼ਾਲ ਮੈਦਾਨ। ਸੈਕਿੰਡ ਡਿਵੀਜ਼ਨ ਜਿਹੜੀ ਆ ਜਾਂਦੀ ਆ ਨਾਰਥ ਸਾਈਡ ਦੇ ਜਿਹੜੇ ਉਪਜਾਊ ਮੈਦਾਨ ਆ ਜਾਂਦੇ ਆ। ਔਰ ਇਹਦੇ ਵਿੱਚ ਜਿਹੜਾ ਵਾ ਆਪਾਂ ਉੱਪਰ ਵੀ ਕਰ ਚੁੱਕੇ ਆ ਕਿ ਮੇਨ ਜਿਹੜੀਆਂ ਨਦੀਆਂ ਨੇ, ਜਿਹੜੀ ਆ ਸਿੰਧੂ, ਗੰਗਾ, ਬ੍ਰਹਮਪੁੱਤਰ, ਇਹ ਵਹਿੰਦੀਆਂ ਨੇ, ਔਰ ਇਹਨਾਂ ਚੋਂ ਕੇ ਬਹੁਤ ਸਾਰੀਆਂ ਸਹਾਇਕ ਨਦੀਆਂ ਵਹਿੰਦੀਆਂ ਨੇ, ਔਰ ਇਹਨਾਂ ਨਦੀਆਂ ਦੇ ਨੇ ਆਪਣੇ ਨਾਲ ਉਪਜਾਊ ਮਿੱਟੀ ਲਿਆ ਕੇ ਪੂਰੇ ਨਾਰਥ ਇੰਡੀਆ ਦੇ ਵਿੱਚ ਫੈਲਾਈ ਆ, ਤੇ ਨਾਲ ਸਿੰਚਾਈ ਦਾ ਕੰਮ ਵੀ ਕੀਤਾ ਵਾ, ਤੇ ਜਿਸ ਕਰਕੇ ਜਿਹੜਾ ਵਾ ਇਹ ਇਲਾਕੇ ਬਹੁਤ ਹੀ ਜ਼ਿਆਦਾ ਉਪਜਾਊ ਇਲਾਕੇ ਨੇ, ਔਰ ਇੱਥੇ ਫਸਲ ਬਹੁਤ ਜ਼ਿਆਦਾ ਹੁੰਦੀ ਆ। ਤਕਰੀਬਨ ਸਾਰੇ ਭਾਰਤ ਨੂੰ ਇੱਥੋਂ ਰੋਟੀ ਮਿਲਦੀ ਆ, ਔਰ ਇਹ ਜਿਹੜੇ ਇਹਨਾਂ ਦਾ ਇਹ ਇਫੈਕਟ ਪਿਆ ਵਾ। ਤੇ ਤੀਸਰਾ ਜਿਹੜਾ ਇਹਨਾਂ ਦੇ ਦੇਖੋ ਅੱਗੇ ਇਫੈਕਟ ਵੀ ਦਿੱਤੇ ਗਏ ਨੇ, ਇਫੈਕਟਸ ਆਫ ਉੱਤਰ ਦੇ ਵਿਸ਼ਾਲ ਮੈਦਾਨ ਦੇ ਵਿੱਚ ਉਪਜਾਊ ਮੈਦਾਨ ਭਾਰਤੀ ਸੱਭਿਅਤਾ ਦਾ ਕੇਂਦਰ ਰਹੇ ਆ। ਜਦੋਂ ਖੁਸ਼ਹਾਲੀ ਹੁੰਦੀ ਆ ਤਾਂ ਉੱਥੇ ਜਿਹੜਾ ਵਾ ਸੰਸਕ੍ਰਿਤੀ ਦਾ ਜਨਮ ਹੁੰਦਾ ਵਾ, ਜਾਂ ਉੱਥੇ ਜਿਹੜਾ ਵਾ ਬਹੁਤ ਸਾਰੀਆਂ ਬਿਲਡਿੰਗਸ ਬਣਦੀਆਂ ਨੇ, ਕਿਲੇ ਬਣਦੇ ਆ, ਮੰਦਿਰ ਬਣਦੇ ਆ, ਤੇ ਪ੍ਰਸਿੱਧ ਸ਼ਹਿਰਾਂ ਦਾ ਜਨਮ ਹੋਇਆ ਵਾ, ਜਿਵੇਂ ਦਿੱਲੀ, ਬਨਾਰਸ, ਲਖਨਊ, ਮਥੁਰਾ, ਪਾਟਲੀਪੁੱਤਰ, ਤੇ ਇਹ ਆਪਣੀ ਪ੍ਰਸਿੱਧ ਨੇ ਕਾਫੀ। ਤੇ ਵਿਦੇਸ਼ੀ ਹਮਲਾਵਰਾਂ ਦੇ ਲਈ ਖਿੱਚ ਦਾ ਕੇਂਦਰ ਰਿਹਾ ਵਾ, ਕਿਉਂਕਿ ਭਾਰਤ ਨੂੰ ਸੋਨੇ ਦੀ ਚਿੜੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਵਾ, ਤੇ ਜਿਸ ਕਰਕੇ ਵਿਦੇਸ਼ੀ ਹਮਲਾਵਰ ਸਦਾ ਇੱਥੇ ਹਮਲਾ ਕਰਨ ਦੇ ਲਈ ਤਿਆਰ ਰਹਿੰਦੇ ਸੀ, ਔਰ ਇਹ ਮਹਾਨ ਹਸਤੀਆਂ ਦੀ ਜਨਮ ਭੂਮੀ ਰਹੀ ਆ। ਤੇ ਤੀਸਰਾ ਆ ਜਾਂਦਾ ਵਾ ਸਾਡਾ ਦੱਖਣ ਦਾ ਪਠਾਰ। ਪਠਾਰ ਉਹ ਇਲਾਕਾ ਹੁੰਦਾ ਵਾ ਜਿਹੜਾ ਕਿ ਪਥਰੀਲਾ ਹੁੰਦਾ ਵਾ, ਪਰ ਇਹਦੇ ਵਿੱਚ ਪਹਾੜੀ ਇਲਾਕਿਆਂ ਦੀ ਤਰ੍ਹਾਂ ਉੱਚੀਆਂ ਚੋਟੀਆਂ ਨਹੀਂ ਹੁੰਦੀਆਂ, ਉਚਾਈ ਤੇ ਹੁੰਦਾ ਵਾ, ਬਟ ਉੱਪਰੋਂ ਜਿਹੜਾ ਵਾ ਇਹ ਇੱਕ ਲੈਵਲ ਤੇ ਹੁੰਦਾ ਵਾ, ਉੱਪਰੋਂ ਜਿਹੜਾ ਵਾ ਮਤਲਬ ਕਿ ਪੱਧਰਾ ਹੁੰਦਾ ਵਾ, ਬਟ ਉਹਦਾ ਉਚਾਈ ਤੇ ਹੁੰਦਾ ਵਾ, ਔਰ ਪਥਰੀਲਾ ਇਲਾਕਾ ਹੁੰਦਾ, ਉਹਨੂੰ ਬੋਲਦੇ ਆ ਪਠਾਰੀ ਇਲਾਕਾ।
और इत्थे जड़ियां दक्षिण दीयां नदियां वहंदियां ने नर्मदा, ताप्ती, गोदावरी, कृष्णा, महानदी वगैरह। ये पठारी इलाका होने करके इत्थों की इफैक्ट पै ने कि इत्थों के लोग काफ़ी मेहनती रहे ने, उन्होंने काफ़ी मेहनत करनी पई है अपनी रोजी रोटी के लिए। दूसरा ये सुतंत्रता प्रेमी सी, युद्ध प्रेमी सी। और इत्थे जिहड़ा वा युद्ध प्रेमी दे विच तुहानूं शॉर्ट क्वेश्चन के लिए आ जांदा वा कि इत्थे जिहड़ा सीगा गुरीला युद्ध प्रणाली का विकास होया। गुरीला युद्ध प्रणाली की हुंदी आ कि जदों असीं आमो सामने हमला नहीं करते, एक बार हमला करके दुश्मन ते पहाड़ां दे विच छुप जाना ते दोबारा फिर दुश्मन ते हमला करना। तो यह पहाड़ी इलाका होने करके इत्थों जिहड़े योद्धे सीगे उन्हां ने छापामार ढंग दे नाल युद्ध कीते आ। और इत्थे जिहड़े विशाल साम्राज जिहड़े ने साउथ दे रहे ने, चोल, चालुक्य, पल्लव, कांची, बामणी राज, विजयनगर साम्राज, ये दक्षिण दे प्रसिद्ध साम्राज ने। और एक जिहड़ा मेन इहदे विच तुसीं याद करना पॉइंट कला दे नमूने, जां इत्थे कला दा बहुत ज़्यादा विकास होया वा। ਉਹਦਾ रीजन ये रहा वा कला के विकास का, क्योंकि भारत दे विच आपां तुहानूं दस चुके हैं कि उत्तर दे विच हिमालय पर्वत सी। अगर आपां उहदा मैप देखीए तो नीचे पानी आ, ते जिहड़ा उत्तर पच्छम का इलाका वा जिथे कि पंजाब आंदा वा, उत्थे घट उचाई वाले दर्रे सीगे, खैबर, टोची, कुरम, गोमल, बुलान आदि। तो उन्होंने क्रॉस करना दुश्मन के लिए सौखा सी। तो इस करके जिन्ने भी हमले होए वो जिहड़े सीगे उत्तर पच्छम के इलाके तो होए। ये भी शॉर्ट क्वेश्चन आ जाता वा कि भारत का प्रवेश द्वार किहड़ा वा, तो तुसीं की लिखोगे उत्तर पच्छम। तो इस करके जिन्ने हमले होए उत्तर पच्छम ते होए। तुसीं मैप देखोगे इंडिया का तो उत्तर पच्छम दे विच की आ जांदा वा पंजाब, और जिहड़े इंडिया की असीं गल कर रहे हैं वो आ प्राचीन भारत, मीनस कि उस टाइम पाकिस्तान नहीं आ, वो भी पंजाब का ही हिस्सा वा। तो वह इफैक्ट ये पिया कि सब तो पहला हमलावर पंजाब ते हमला करते सी। यही रीजन रहा वा कि पंजाब नूं जिहड़ा वा सूरवीरां दी धरती कहा जाता वा, क्योंकि उन्होंने बार बार विदेशी हमलियां का सामना किया वा। कोई हमलावर जिहड़ा पंजाब जित लैंदा सी, दैन वो दिल्ली वल वधदा सी, फिर अगे उत्थे उत्तर दे विच होर इलाकिਆਂ ते कब्जा करदा सी, ते जां कई बार वो पंजाब चों ही हरा के वापस भेज दिता जाता सी, जां दिल्ली तो। कहने का मतलब ये आ कि जिहड़ा लड़ाई का मैदान बने रहे जां जिथे युद्ध हुंदे रहे, जिथे गड़बड़ी वाला माहौल रहा, वो रहा नॉर्थ इंडिया दे विच। साउथ दे विच बहुत रेयर कोई ना कोई हमलावर पहुंचिया जिन्हें कि पूरा नॉर्थ जित लिया होवे। ਉਹਦਾ रीजन ये रहा कि इत्थे कला का सब तो ज़्यादा विकास होया वा, क्योंकि कला का विकास उत्थे हुंदा वा जिथे कि युद्ध वगैरह ना होण। नॉर्थ दे विच तां अगर कोई मंदिर बनदा सी जां कोई कला का विकास हुंदा सी तां जानू हमला हो जांदा सी, हमले च तहस नहस हो जांदा सीगा, ते जां वो लोग युद्ध च इन्ना बिजी रहंदे सी कि उन्हां नूं टाइम ही नहीं सी लगदा कि कला दे विकास दे लई। इस करके सानू जिन्ने भी मंदिर मिलते आ इंडिया दे विच वो साउथ साइड दे विच मिलते आ, और गुप्त राजियां ने जिन्ने भी मंदिर बनाए ने वो साउथ साइड दे विच बने हुए मिलते हैं। मेन इत्थे कला का विकास होया। और फोर्थ जिहड़ी तुहाडी डिवीजन आ जांदी आ दक्षिण दे मैदान। दक्षिण पठारी इलाका सी, ज़्यादा आपां मैदानी इलाका नहीं कह सकते, बट ये सीगा कि जेकर आपां मैप दे विच देखीए तां पूरब और पच्छम दोनों पासे समुंदर दे नाल थोड़ी जी मिट्टी लग के थोड़ा जिहा एरिया जिहड़ा सीगा उत्थे उपजाऊ हो गया, जां उन्हां लोकां दे लई जिहड़ा सीगा अपने गुजारे जोगी उत्थे फसल उगाउण लग गए। ते बट इहदा इफैक्ट मेन ये आ कि कुशल नावक मीनस जिहड़े अपना नाव चलाते आ, समुंदर के किनारे रहन करके इत्थों के लोग कुशल नावक रहे ने। ਇਹਦਾ इफैक्ट ये पिया वा कि समुंदर के रस्ते इन्हां लोकां ने विदेशों के नाल वपार किया। भारत का विदेशों के नाल वपार हुंदा रहा वा जल आवाजाई दे राहीं, ते जिहदे नाल जिहड़ा वा भारत की संस्कृति का प्रसार होया कि भारत का कल्चर दूजे देशों तक पहुंचिया। उन्हां देशों ने साडी कल्चर नूं एक्सैप्ट किया और असीं उन्हां दे, ते जिहदे नाल की आ कि मिली जुली संस्कृति का विकास होया। ये हो गया साडा भारत दीयां भूगोलिक विशेषतावां और उन्हां दा इतिहास ते प्रभाव। ये इकल्ला भी पुछ सकदे आ, जिवें मैं तुहानूं एक्सप्लेन कर चुकी हाँ, हिमालय पर्वत के प्रभाव दसो जां उत्तर के मैदानी इलाकों के प्रभाव दसो, तां तुसीं अलग अलग करोगे। जेकर सिंपल आ जांदा वा कि भारत दीयां भूगोलिक विशेषतावां दसदे होए इतिहास ते प्रभाव का वर्णन करो, तां तुसीं बेटा पहला चारे पार्ट्स दोगे, डिवीजनस दोगे कि असीं भूगोलिक तौर पर उन्होंने किहड़ियां डिवीजनस दे विच वंड सकते हैं। दैन आ उहदे इकट्ठे प्रभाव दिते गए हैं, जिहड़े आपां उपर डिस्कस कीते आ वो सारे इन्हां ने
एक इस तरीके दे नाल उन्हां नूं फिर आपां इकट्ठे करके लिख दांगे। अध्यात्मक उन्नति, साम्राजवाद का विरोध, कला का विकास, ठीक है। ये हुण इहदे नाल की आ कि जिहड़ा साडा फस्ट चैप्टर आ प्राचीन भारत के इतिहासिक सोमे वो कंप्लीट हो गया। थैंक यू।